हेलो स्टूडेंट्स, सो दिस इज़ क्लास 8 पंजाबी चैप्टर नंबर 2 जिथे नानी ते नानके। दर्शन सिंह बनूड़, ठीक है, इसके राइटर हैं ये। तो सबसे पहले हम देखेंगे औखे शब्दां दे अर्थ। सहज, सुखाला, जोरा शोरा नाल, धूम धड़के नाल, मुकाउणा खत्म करना, काली तेज, टोकना रोकना, पूरा करना, अड़गोलिया गौर ना कीता, वेले जिस पास फुरसत होवे, समा सारनी समा दर्शाउण वाली सूची, लागे नेड़े, किन्ना किन्ना चिर किन्नी किन्नी देर, लगातार निरंतर, तरलो मच्छी बेचैन, मिन्नत बेनती, तरले वास्ते पाउणा, लाड नाल प्यार नाल, कोठा मकान दी छत, घूरना ताड़ना, सियाणी समझदार, जिद अड़ी, तबीयत शरीर दी हालत, चाह चढ़ जाना खुश हो जाना, मट्ठा पै जाना ढिला हो जाना, चिड़ाउना खिजाउना, पलोसना पोला हथ फेरना। तो आगे देखेंगे हम इस पूरी कहानी का सार देखेंगे, ठीक है। तो चलिए शुरू करते हैं इसका। इस कहानी का नाम है जिथे नानी उथे नानके। जून महीने ਵਿੱਚ ਸਕੂਲ ਦੀਆਂ ਛੁੱਟੀਆਂ ਹੋਣ ਤੇ ਸਹਿਜ ਪੂਰੇ ਜ਼ੋਰਾ ਸ਼ੋਰਾ ਨਾਲ ਛੁੱਟੀਆਂ ਦਾ ਕੰਮ ਮੁਕਾ ਰਿਹਾ ਸੀ। ਉਹ ਜਲਦੀ ਤੋਂ ਜਲਦੀ ਆਪਣਾ ਕੰਮ ਮੁਕਾਉਣਾ ਚਾਹੁੰਦਾ ਸੀ ਤਾਂ ਕਿ ਉਹ ਨਾਨਕੇ ਘਰ ਜਾ ਸਕੇ। ਸਿਮਰਨ ਉਸ ਨੂੰ ਰੋਜ਼ ਥੋੜਾ ਥੋੜਾ ਕੰਮ ਕਰਨ ਲਈ ਕਹਿੰਦੀ ਸੀ, ਪਰ ਸਹਿਜ ਆਪਣਾ ਕੰਮ ਨਿਬੇੜ ਕੇ ਵਿਹਲੇ ਹੋਣਾ ਚਾਹੁੰਦਾ ਸੀ। ਉਸਨੇ 2 ਦਿਨਾਂ ਵਿੱਚ ਕੰਮ ਨਿਬੇੜ ਕੇ ਸਕੂਲ ਬੈਗ ਕਿੱਲੀ ਉੱਤੇ ਟੰਗ ਦਿੱਤਾ। ਸਿਮਰਨ ਸਮਾਂ ਸਾਰਣੀ ਦੇ ਅਨੁਸਾਰ ਹਰ ਵਿਸ਼ੇ ਦਾ ਅੱਧਾ ਘੰਟਾ ਲਾ ਕੇ ਕੰਮ ਕਰਦੀ। ਸਹਿਜ ਨੇ ਮੰਮੀ ਨੂੰ ਨਾਨਕੇ ਜਾਣ ਲਈ ਪੁੱਛਿਆ। ਸਹਿਜ ਦੀ ਮੰਮੀ ਨੇ ਕਿਹਾ, ਇਸ ਵਾਰ ਬਹੁਤ ਗਰਮੀ ਹੈ ਤੇ ਪਿੰਡ ਵੀ ਕਿੰਨਾ ਚਿਰ ਬਿਜਲੀ ਨਹੀਂ ਆਉਂਦੀ ਹੈ। ਸਹਿਜ ਨਾਨਕੇ ਜਾਣ ਲਈ ਤਰਲੋ ਮੱਛੀ ਹੋ ਰਿਹਾ ਸੀ। ਉਹ ਕਦੇ ਮੰਮੀ ਦੀਆਂ ਮਿੰਨਤਾਂ ਕਰਦਾ ਤੇ ਕਦੇ ਪਾਪਾ ਨੂੰ ਲਾਡ ਨਾਲ ਕਹਿੰਦਾ। ਪਾਪਾ ਨੇ ਸਹਿਜ ਨੂੰ ਘੂਰਦਿਆਂ ਕਿਹਾ ਕਿ ਇਸ ਵਾਰ ਕਿਤੇ ਨਹੀਂ ਜਾਣਾ। ਪਿਛਲੀ ਵਾਰ ਕੋਠੇ ਤੋਂ ਡਿੱਗ ਕੇ ਬਾਂਹ ਤੁੜਵਾ ਲਈ ਸੀ ਤਾਂ ਸਹਿਜ ਨੇ ਸ਼ਰਾਰਤਾਂ ਨਾ ਕਰਨ ਲਈ ਆਖਿਆ। ਸਿਮਰਨ ਪਾਪਾ ਦੀਆਂ ਗੱਲਾਂ ਨੂੰ ਸੁਣ ਰਹੀ ਸੀ। ਉਹ ਬੜੀ ਸਿਆਣੀ ਸੀ। ਉਸਨੇ ਆਪਣੀ ਮੰਮੀ ਨੂੰ ਕਿਹਾ ਕਿ ਉਹ ਨਾਨੀ ਜੀ ਨੂੰ ਆਪਣੇ ਕੋਲ ਲੈ ਆਉਂਦੇ ਹਨ। ਉਹਨਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ। ਹਸਪਤਾਲ ਵਿੱਚ ਉਹਨਾਂ ਦੇ ਟੈਸਟ ਕਰਵਾ ਦੇਵਾਂਗੇ। ਰਾਤ ਨੂੰ ਖਾਣ ਬੈਠ ਕੇ ਸਿਮਰਨ ਨੇ ਆਪਣੇ ਪਾਪਾ ਨਾਲ ਵੀ ਸਲਾਹ ਕੀਤੀ। ਪਾਪਾ ਨੇ ਅਗਲੇ ਦਿਨ ਜਾ ਕੇ ਨਾਨੀ ਨੂੰ ਲਿਆਉਣ ਲਈ ਕਹਿ ਦਿੱਤਾ। ਨਾਨਕੇ ਜਾਣ ਦੀ ਗੱਲ ਸੁਣ ਕੇ ਸਹਿਜ ਨੂੰ ਚਾਅ ਚੜ੍ਹ ਗਿਆ। ਅਗਲੀ ਸਵੇਰ ਸਹਿਜ ਅਤੇ ਸਿਮਰਨ ਆਪਣੀ ਮੰਮੀ ਨਾਲ ਨਾਨਕੇ ਘਰ ਪਹੁੰਚ ਗਏ। ਨਾਨੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਈ। ਉਸਨੇ ਬੱਚਿਆਂ ਦਾ ਸਿਰ ਪਲੋਸਦਿਆਂ ਗੋਦੀ ਵਿੱਚ ਬਿਠਾ ਲਿਆ। ਸਹਿਜ ਨੇ ਨਾਨੀ ਕੋਲੋਂ ਬਿੱਲੂ ਤੇ ਰੋਜ਼ੀ ਬਾਰੇ ਪੁੱਛਿਆ ਤਾਂ ਨਾਨੀ ਨੇ ਦੱਸਿਆ ਕਿ ਉਹ ਵੀ ਆਪਣੇ ਨਾਨਕੇ ਗਏ ਹੋਏ ਨੇ। ਸਹਿਜ ਰਿਮੋਟ ਫੜ ਕੇ ਟੈਲੀਵਿਜ਼ਨ ਚਲਾਉਣ ਲੱਗ ਪਿਆ, ਪਰ ਉਹ ਨਾ ਚੱਲਿਆ। ਉਸਨੇ ਨਾਨੂ ਨੂੰ ਪੁੱਛਿਆ ਤਾਂ ਪਤਾ ਲੱਗਾ ਰਾਤ ਦੀ ਬਿਜਲੀ ਨਹੀਂ ਆਈ ਸੀ। ਸਹਿਜ ਦਾ ਨਾਨਕੇ ਜਾਣ ਦਾ ਚਾਅ ਮੱਠਾ ਪੈ ਗਿਆ ਸੀ। ਅਗਲੇ ਦਿਨ ਨਾਨੀ ਨੂੰ ਨਾਲ ਲੈ ਕੇ ਉਹ ਆਪਣੇ ਘਰ ਆ ਗਏ। ਸਿਮਰਨ ਨੇ ਉਸ ਨੂੰ ਕੰਮ ਨੂੰ ਰੋਜ਼ ਥੋੜਾ ਦੁਹਰਾਉਣ ਲਈ ਕਿਹਾ ਤੇ ਆਪ ਨਾਨੀ ਕੋਲ ਬੈਠ ਕੇ ਸਕੂਲ ਦਾ ਕੰਮ ਕਰਦੀ। ਦੋਵੇਂ ਭੈਣ ਭਰਾ ਕਹਾਣੀ ਸੁਣਨ ਲਈ ਨਾਨੀ ਦੇ ਦੁਆਲੇ ਬੈਠ ਕੇ ਦੇਰ ਰਾਤ ਤੱਕ ਕਹਾਣੀਆਂ ਸੁਣਦੇ। ਸਿਮਰਨ ਸਹਿਜ ਨੂੰ ਚਿੜਾਉਣ ਲਈ ਆਖਦੀ ਕਿ ਹੁਣ ਦੱਸ ਜਾਣਾ ਨਾਨਕੇ? ਤਾਂ ਸਹਿਜ ਹੱਸ ਕੇ ਬੋਲਦਾ, जिथे नानी उते ही नानके। तो इसके आगे हम करेंगे अभ्यास दे प्रश्न उत्तर। फर्स्ट क्वेश्चन इज सहज किथे जाण लई काला सी? उत्तर सहज नानके जाण लई काला सी। प्रश्न सिमरन सहज ਨੂੰ ਕੀ ਸਮਝਾਉਂਦੀ ਸੀ? ਉੱਤਰ ਸਿਮਰਨ ਸਹਿਜ ਨੂੰ ਸਮਝਾਉਂਦੀ ਸੀ ਕਿ ਛੁੱਟੀਆਂ ਦਾ ਕੰਮ ਇੱਕੋ ਦਿਨ ਵਿੱਚ ਨਹੀਂ ਖਤਮ ਕਰੀਦਾ। ਇਹ ਤਾਂ ਹਰ ਰੋਜ਼ ਥੋੜਾ ਕਰਕੇ ਮੁਕਾਉਣਾ ਹੁੰਦਾ ਹੈ। प्रश्न छुट्टियां का कम सहजे सहजे क्यों निबेड़ना चाहिए है? उत्तर
ਛੁੱਟੀਆਂ ਦਾ ਕੰਮ ਸਹਿਜੇ ਸਹਿਜੇ ਨਿਬੇੜਨਾ ਚਾਹੀਦਾ ਹੈ ਤਾਂ ਕਿ ਪੜ੍ਹਾਈ ਵਿੱਚ ਲਗਾਤਾਰ ਰੁਚੀ ਬਣੀ ਰਹੇ। ਪ੍ਰਸ਼ਨ, ਪਿੰਡ ਵਿੱਚ ਟੈਲੀਵਿਜ਼ਨ ਕਿਉਂ ਨਹੀਂ ਚੱਲ ਰਿਹਾ ਸੀ? ਉੱਤਰ, ਪਿੰਡ ਵਿੱਚ ਰਾਤ ਤੋਂ ਬਿਜਲੀ ਨਹੀਂ ਆਈ ਸੀ, ਇਸ ਲਈ ਟੈਲੀਵਿਜ਼ਨ ਨਹੀਂ ਸੀ ਚੱਲ ਰਿਹਾ। ਪ੍ਰਸ਼ਨ, ਸਹਿਜ ਦਾ ਨਾਨਕੇ ਜਾਣ ਦਾ ਸਾਰਾ ਚਾਅ ਕਿਉਂ ਮੱਠਾ ਪੈ ਗਿਆ ਸੀ? ਉੱਤਰ, ਪਿੰਡ ਵਿੱਚ ਨਾ ਟੈਲੀਵਿਜ਼ਨ ਸੀ, ਨਾ ਕੰਪਿਊਟਰ ਤੇ ਨਾ ਹੀ ਖੇਡਣ ਲਈ ਬਿੱਲੂ ਤੇ ਰੋਜ਼ੀ ਸੀ, ਇਸ ਲਈ ਸਹਿਜ ਦਾ ਸਾਰਾ ਚਾਅ ਮੱਠਾ ਪੈ ਗਿਆ। ਅੱਗੇ ਖਾਲੀ ਥਾਵਾਂ ਭਰੋ। ਫਸਟ, ਸਕੂਲ ਵਿੱਚ ਜੂਨ ਮਹੀਨੇ ਛੁੱਟੀਆਂ ਹੋ ਗਈਆਂ ਸਨ। ਸੈਕਿੰਡ, ਸਹਿਜ ਸਿਮਰਨ ਦੀ ਗੱਲ ਅਣਗੌਲਿਆ ਕਰਦਾ। ਥਰਡ, ਸਿਮਰਨ ਹਰ ਰੋਜ਼ ਅੱਧਾ ਅੱਧਾ ਘੰਟਾ ਲਾ ਕੇ ਕੰਮ ਕਰਦੀ। ਫੋਰਥ, ਸਹਿਜ ਨੇ ਨਾਨਕੇ ਪਿੰਡ ਜਾ ਕੇ ਬਾਂਹ ਤੁੜਵਾ ਲਈ ਸੀ। ਫਿਫਥ, ਸਹਿਜ ਨੇ ਨਾਨਕੇ ਘਰ ਜਾਣ ਦੀ ਜਿੱਦ ਫੜੀ ਹੋਈ ਸੀ। ਅੱਗੇ ਪ੍ਰਸ਼ਨਾਂ ਦੇ ਉੱਤਰ ਵਿਸਥਾਰ ਨਾਲ ਦਿਓ। ਪ੍ਰਸ਼ਨ, ਸਿਮਰਨ ਸਹਿਜ ਨੂੰ ਕਿਉਂ ਟੋਕਦੀ ਸੀ? ਉੱਤਰ, ਸਹਿਜ ਨੂੰ ਛੁੱਟੀਆਂ ਦਾ ਕੰਮ ਜਲਦੀ ਤੋਂ ਜਲਦੀ ਮੁਕਾ ਕੇ ਨਾਨਕੇ ਘਰ ਜਾਣ ਦੀ ਕਾਹਲੀ ਪਈ ਹੋਈ ਸੀ, ਇਸ ਲਈ ਸਹਿਜ ਪੂਰੇ ਜ਼ੋਰਾਂ ਸ਼ੋਰਾਂ ਨਾਲ ਆਪਣਾ ਕੰਮ ਮੁਕਾ ਰਿਹਾ ਸੀ। ਸਿਮਰਨ ਸਹਿਜ ਨੂੰ ਛੁੱਟੀਆਂ ਦਾ ਸਾਰਾ ਕੰਮ ਇੱਕੋ ਦਿਨ ਵਿੱਚ ਨਿਬੇੜਨ ਤੋਂ ਟੋਕਦੀ ਸੀ। ਉਹ ਕੰਮ ਨੂੰ ਰੋਜ਼ ਕਰਕੇ ਮੁਕਾਉਣ ਲਈ ਕਹਿੰਦੀ ਸੀ, ਪਰ ਸਹਿਜ ਸਿਮਰਨ ਦੀ ਗੱਲ ਨੂੰ ਅਣਗੌਲਿਆ ਕਰ ਦਿੰਦਾ ਸੀ। ਪ੍ਰਸ਼ਨ, ਪੜ੍ਹਾਈ ਵਿੱਚ ਲਗਾਤਾਰ ਰੁਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਕਿਵੇਂ ਮੁਕਾਉਣਾ ਚਾਹੀਦਾ ਹੈ? ਉੱਤਰ, ਪੜ੍ਹਾਈ ਵਿੱਚ ਲਗਾਤਾਰ ਰੁਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਛੇਤੀ ਛੇਤੀ ਨਹੀਂ ਬਲਕਿ ਥੋੜ੍ਹਾ ਥੋੜ੍ਹਾ ਕਰਕੇ ਮੁਕਾਉਣਾ ਚਾਹੀਦਾ ਹੈ। ਇੱਕ ਸਮਾਂ ਸਾਰਣੀ ਤਿਆਰ ਕਰਨੀ ਚਾਹੀਦੀ ਹੈ ਤੇ ਉਸ ਅਨੁਸਾਰ ਹਰ ਰੋਜ਼ ਹਰ ਵਿਸ਼ੇ ਦਾ ਅੱਧਾ ਅੱਧਾ ਘੰਟਾ ਕੰਮ ਕਰਨਾ ਚਾਹੀਦਾ ਹੈ। ਥਰਡ, ਪਿੰਡ ਵਿੱਚ ਸਹਿਜ ਨੂੰ ਕੀ ਘਾਟ ਮਹਿਸੂਸ ਹੋਈ? ਉੱਤਰ, ਪਿੰਡ ਵਿੱਚ ਜਾ ਕੇ ਜਦ ਸਹਿਜ ਨੇ ਬਿੱਲੂ ਅਤੇ ਰੋਜ਼ੀ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਆਪਣੇ ਨਾਨਕੇ ਗਏ ਹੋਏ ਸਨ। ਜਦ ਸਹਿਜ ਟੈਲੀਵਿਜ਼ਨ ਚਲਾਉਣ ਲੱਗਿਆ ਤਾਂ ਬਿਜਲੀ ਨਾ ਹੋਣ ਕਾਰਨ ਉਹ ਵੀ ਨਹੀਂ ਚੱਲਦਾ ਸੀ ਤੇ ਨਾ ਹੀ ਕੰਪਿਊਟਰ ਸੀ। ਸਹਿਜ ਨੂੰ ਇਹ ਸਾਰੀਆਂ ਚੀਜ਼ਾਂ ਦੀ ਪਿੰਡ ਵਿੱਚ ਘਾਟ ਮਹਿਸੂਸ ਹੋਈ। ਫੋਰਥ, ਸਿਮਰਨ ਤੇ ਸਹਿਜ ਨੇ ਆਖਰ ਵਿੱਚ ਕਿਸ ਤਰ੍ਹਾਂ ਆਪਸੀ ਸਹਿਯੋਗ ਕੀਤਾ? ਸਹਿਜ ਆਪਣਾ ਛੁੱਟੀਆਂ ਦਾ ਕੰਮ ਮੁਕਾ ਚੁੱਕਾ ਸੀ, ਪਰ ਸਿਮਰਨ ਅਤੇ ਪਾਪਾ ਦੇ ਕਹਿਣ ਤੇ ਉਹ ਉਸਦੀ ਰੋਜ਼ ਥੋੜ੍ਹੀ ਥੋੜ੍ਹੀ ਦੁਹਰਾਈ ਕਰਦਾ। ਇਸ ਤਰ੍ਹਾਂ ਸਿਮਰਨ ਤੇ ਸਹਿਜ ਨੇ ਆਖਰ ਵਿੱਚ ਆਪਸੀ ਸਹਿਯੋਗ ਕੀਤਾ। ਫਿਫਥ ਕੁਐਸਚਨ, ਜਿੱਥੇ ਨਾਨੀ ਉੱਥੇ ਹੀ ਨਾਨਕੇ। ਕਹਾਣੀ ਦਾ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ? ਜਦ ਸਹਿਜ, ਸਿਮਰਨ ਤੇ ਉਸਦੀ ਮੰਮੀ ਆਪਣੀ ਨਾਨੀ ਨੂੰ ਨਾਲ ਲੈ ਕੇ ਆਪਣੇ ਘਰ ਆ ਗਏ ਤਦ ਦੋਵੇਂ ਭੈਣ ਭਰਾ ਨਾਨੀ ਦੇ ਦੁਆਲੇ ਹੋ ਕੇ ਕਹਾਣੀ ਸੁਣਦੇ ਅਤੇ ਦੇਰ ਰਾਤ ਤੱਕ ਬੈਠੇ ਰਹਿੰਦੇ। ਸਿਮਰਨ ਦੇ ਚਿੜਾਉਣ ਤੇ ਸਹਿਜ ਆਖਦਾ ਕਿ ਜਿੱਥੇ ਨਾਨੀ ਉੱਥੇ ਹੀ ਨਾਨਕੇ, ਭਾਵ ਕਿ ਜਿੱਥੇ ਉਸਦੀ ਨਾਨੀ ਹੋਵੇ ਉਸਦਾ ਪਿਆਰ ਹੋਵੇ, ਨਾਨਕੇ ਵਰਗੀ ਮੌਜ ਹੋਵੇ, ਉਹ ਥਾਂ ਹੀ ਨਾਨਕੇ ਬਣ ਜਾਂਦੀ ਹੈ। ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ। ਜਲਦੀ, ਦੇਰ। ਥੋੜ੍ਹਾ ਥੋੜ੍ਹਾ, ਜ਼ਿਆਦਾ ਜ਼ਿਆਦਾ। ਵੇਲੇ, ਕੰਮ ਵਾਲੇ। ਸਿਆਣੀ, ਨਿਆਣੀ। ਸਖਤ, ਨਰਮ। ਵਾਕਾਂ ਵਿੱਚ ਵਰਤੋ। ਨਿਬੇੜ, ਇਸका मतलब होता है पूरा। ਸਹਿਜ ਨੇ 2 ਦਿਨਾਂ ਵਿੱਚ ਹੀ ਆਪਣਾ ਛੁੱਟੀਆਂ ਦਾ ਕੰਮ ਨਿਬੇੜ ਲਿਆ ਸੀ। ਸੈਕਿੰਡ, ਪਲੋਸਦੀਆਂ। ਭੋਲੇ ਭੋਲੇ ਹੱਥ ਫੇਰਦੀਆਂ। ਨਾਨੀ ਨੇ ਬੱਚਿਆਂ ਦਾ ਸਿਰ ਪਲੋਸਦੀਆਂ ਲਾਡ ਕੀਤਾ। ਰੁਚੀ, ਰੁਝਾਨ। ਸਿਮਰਨ ਦੀ ਪੜ੍ਹਾਈ ਵਿੱਚ ਬਹੁਤ ਰੁਚੀ ਸੀ। ਫੋਰਥ, ਚਿੜਾਉਣਾ, ਮਖੌਲ ਕਰਨਾ ਔਰ ਖਿਜਾਉਣਾ। ਸਿਮਰਨ ਸਹਿਜ ਨੂੰ ਚਿੜਾਉਂਦੀ ਰਹਿੰਦੀ ਸੀ। ਦੁਆਲੇ, ਆਸੇ ਪਾਸੇ। ਬੱਚਾ ਜਿੱਦ ਵਿੱਚ ਆਪਣੀ ਮਾਂ ਦੇ ਦੁਆਲੇ ਫਿਰਦਾ ਸੀ। ਸਿਕਸ ਕੁਐਸਚਨ, ਖਾਲੀ ਥਾਂ ਭਰੋ। ਸਹਿਜ ਦੀ ਜਿੱਦ ਪੂਰੀ ਹੋ ਗਈ। ਸਿਮਰਨ ਸਹਿਜ ਨੂੰ ਟੋਕਦੀ ਰਹਿੰਦੀ। ਛੁੱਟੀਆਂ ਦਾ ਕੁਝ ਨਾ ਕੁਝ ਮਤਲਬ ਹੁੰਦਾ ਹੈ। ਜੂਨ ਵਿੱਚ ਗਰਮੀ ਹੁੰਦੀ ਹੈ। ਸਹਿਜ ਨੇ ਉਸ ਸਕੂਲ ਦਾ ਬੈਗ ਕਿੱਲੀ ਤੇ ਟੰਗ ਦਿੱਤਾ ਸੀ। ਸੈਵਨਥ, ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਰੋਜ਼, ਰੋਜ਼, ਡੇਲੀ। ਦਵਾਈ, ਦਵਾਈ, ਮੈਡੀਸਿਨ। ਚਾਅ, ਸ਼ੌਕ, ਇੰਟਰਸਟ।
ਸਮਾਂ ਸਾਰਣੀ, ਸਮੇਂ ਸਾਰਣੀ, ਟਾਈਮ ਟੇਬਲ। ਛੁੱਟੀਆਂ, ਛੁੱਟੀਆਂ, holidays, ਰਸੋਈ, ਰਸੋਈ, kitchen. So this is all about class 8 Punjabi chapter number 2.